ਬਹੁਤ ਜ਼ਿਆਦਾ ਅਸੀਂ ਵੀ ਉਸ ਟਾਈਮ ਮੌਰਗੇਜਾਂ ਚੱਕੀਆਂ ਹੋਈਆਂ। ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ ਕਿਸ ਟਾਈਪ ਦਾ ਚੇਂਜ ਆ ਸਕਦਾ, ਕਿੰਨਾ ਕੁ ਜ਼ਿਆਦਾ ਵੱਡਾ ਜੰਪ ਆ ਹਾਂਜੀ ਸਕਦਾ? ਦੇਖੋ, ਬਟ ਕਿੰਨਾ ਕੋਲ ਫਿਕਸਡ ਰੇਟ ਸੀਗੇ ਐਂਡ ਉਹਨਾਂ ਦੇ ਰਿਨਿਊਅਲਸ ਆਰ ਕਮਿੰਗ ਅਪ, ਦੇ ਹੈਵ ਟੂ ਬੀ ਵੈਰੀ careful. Just next year 2026 ਚ over 1 million mortgages renewal ਵਾਸਤੇ ਆ ਰਹੇ ਆ ਪੂਰੇ ਕੈਨੇਡਾ ਦੇ ਵਿੱਚ? ਪੂਰੇ ਦੇ ਕੈਨੇਡਾ। ਮੇਰੀ ਪਰਸਨਲ ਓਪੀਨੀਅਨ ਚ I think variable rate is the right option. Okay. ਕਿਉਂ? But if you refinance back to 30 years ਤੁਹਾਡੀ ਪੇਮੈਂਟ ਘੱਟ ਜੂਗੀ, ਤੁਹਾਨੂੰ ਅੰਨਾ ਉਹਦਾ ਇੰਪੈਕਟ ਨਹੀਂ ਲੱਗੂਗਾ। But I will say don't run for a refinance. ਦੇਖੋ ਜਿੱਦਾਂ ਮੈਂ ਹੁਣੇ ਜ਼ਿਕਰ ਕੀਤਾ, ਮੌਰਗੇਜ ਇੱਕ ਅਜਿਹਾ ਇੱਕ ਟੌਪਿਕ ਹੈ, ਅਜਿਹੀ ਗੱਲਬਾਤ ਹੈ ਜਿਹਦੇ ਬਾਰੇ ਕਨਫਿਊਜ਼ਨ ਤਾਂ ਇੱਕ ਬਣੀ ਹੋਈ ਹੈ। ਨਾਲ ਦੇ ਨਾਲ ਅਗਲੇ ਸਾਲ ਦੇ ਵਿੱਚ ਜਿੰਨੇ ਚੇਂਜਸ ਆਉਣ ਵਾਲੇ ਆ, ਜਿੰਨੀ ਰੀਨਿਊਅਲਸ ਦੀ ਅਸੀਂ ਗੱਲ ਕਰਦੇ ਹਾਂ, ਪੜ੍ਹਦੇ ਵੀ ਹਾਂ ਅਸੀਂ, ਦੇਖਦੇ ਵੀ ਹਾਂ, ਉਹ ਇੱਕ ਖਤਰਾ ਹੋਰ ਬਣਿਆ ਹੋਇਆ, ਖਾਸ ਕਰਕੇ ਜੋ ਐਗਜ਼ਿਸਟਿੰਗ ਮੌਰਗੇਜ ਹੋਲਡਰਸ ਨੇ ਜਿਨ੍ਹਾਂ ਦੀ ਰੀਨਿਊਅਲਸ ਆਉਣ ਵਾਲੇ 1 ਜਾਂ 2 ਸਾਲ ਦੇ ਵਿੱਚ ਆ ਰਹੀਆਂ ਨੇ। ਸੋ ਇਸ ਚੀਜ਼ ਨੂੰ ਸਮਝਣ ਦੇ ਲਈ ਐਂਡ ਇਹਦੇ ਬਾਰੇ ਹੋਰ ਜ਼ਿਆਦਾ ਇਨਫੋਰਮੇਸ਼ਨ ਲੈਣ ਦੇ ਲਈ ਸਾਡੇ ਨਾਲ ਹੁਣ ਜੁੜ ਰਹੇ ਨੇ ਮੌਰਗੇਜ ਬ੍ਰੋਕਰ ਅੰਮ੍ਰਿਤਾ ਭੋਗਲ ਜੀ। ਅੰਮ੍ਰਿਤਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੁੱਡ ਮਾਰਨਿੰਗ ਆਪਣੇ ਸਾਰੇ ਲਿਸਨਰਸ ਨੂੰ, ਤੇ ਗੁੱਡ ਮਾਰਨਿੰਗ ਤੁਹਾਨੂੰ ਵੀ ਭਾਜੀ। ਅੰਮ੍ਰਿਤਾ ਜੀ, ਮੈਂ ਹੁਣੇ ਜ਼ਿਕਰ ਜਿੱਦਾਂ ਕੀਤਾ ਕਿ ਰੀਨਿਊਅਲਸ ਬਹੁਤ ਜ਼ਿਆਦਾ ਆ ਰਹੀਆਂ ਨੇ ਐਂਡ ਇੱਕ ਫੀਅਰ ਬਣਿਆ ਹੋਇਆ ਮਾਰਕੀਟ ਦੇ ਵਿੱਚ। ਮੋਸਟਲੀ ਰੀਨਿਊਅਲਸ ਨੈਕਸਟ ਈਅਰ ਇਹ ਸਾਰੇ ਉਹ ਆ ਰਹੀਆਂ ਜੋ ਕੋਵਿਡ ਜਾਂ ਕੋਵਿਡ ਤੋਂ ਬਾਅਦ ਇਮੀਡੀਏਟਲੀ ਇਹਨਾਂ ਨੇ ਕਰ ਲਏ ਸੀ। ਕਰੈਕਟ। ਸੋ ਇਹਦੇ ਵਿੱਚ ਸਾਡੇ ਵੀ ਜਿੰਨੇ ਇਸ ਟਾਈਮ ਲੋਕ ਸੁਣ ਰਹੇ ਆ, ਸਾਡੀ ਕਮਿਊਨਿਟੀ ਦਾ ਬਹੁਤ ਵੱਡਾ ਹੱਥ ਹੈ। ਹਾਂਜੀ, ਬਹੁਤ ਜ਼ਿਆਦਾ ਅਸੀਂ ਵੀ ਉਸ ਟਾਈਮ ਮੌਰਗੇਜਾਂ ਚੱਕੀਆਂ ਹੋਈਆਂ। ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ ਕਿਸ ਟਾਈਪ ਦਾ ਚੇਂਜ ਆ ਸਕਦਾ, ਕਿੰਨਾ ਕੁ ਜ਼ਿਆਦਾ ਵੱਡਾ ਜੰਪ ਆ ਸਕਦਾ? ਦੇਖੋ, ਜੋ ਆਪਾਂ ਦੇਖੀਏ ਵੀ ਹੈਵ ਅਬਾਊਟ 60% ਆਫ ਮੌਰਗੇਜ ਰਿਨਿਊਅਲਸ ਆ ਰਹੇ ਬਿਟਵੀਨ 2025 ਐਂਡ 2026। ਚਲੋ 2025 ਤੱਕ ਖਤਮ ਆ। ਜਸਟ ਨੈਕਸਟ ਈਅਰ 2026 ਚ ਓਵਰ 1 ਮਿਲੀਅਨ ਮੌਰਗੇਜਸ ਰਿਨਿਊਅਲ ਵਾਸਤੇ ਆ ਰਹੇ ਆ ਪੂਰੇ ਕੈਨੇਡਾ ਦੇ ਵਿੱਚ? ਪੂਰੇ ਦੇ ਕੈਨੇਡਾ 'ਚ। ਓਕੇ, ਹੁਣ ਤੁਸੀਂ ਸੋਚੋ ਕਿ ਜੋ ਉਦੋਂ ਤੁਸੀਂ ਫਿਕਸਡ ਲਿੱਤਾ ਹੋਣਾ 2.5 ਵੇਰੀਏਬਲ ਤਾਂ ਛੱਡੋ, ਬਿਕੋਜ਼ ਉਹਨਾਂ ਨੇ ਤਾਂ ਆਲਰੇਡੀ ਦੇ ਪੇਇੰਗ ਦ ਪ੍ਰਾਈਸ ਟੂਡੇ, ਉਹਨਾਂ ਨੇ ਦੇਵ ਸੀਨ ਦ ਇਨਕਰੀਜ਼ ਆਲਰੇਡੀ, ਡਿਕਰੀਜ਼ ਵੀ ਦੇਖ ਲਿਆ। ਦੇ ਵਿਲ ਬੀ ਓਕੇ। ਆਈ ਥਿੰਕ ਜੋ ਉਹਨਾਂ ਨੇ ਹੁਣ ਤੱਕ ਸਬਰ ਕਰ ਲਿਆ ਨਾ ਜੀ, ਦੇ ਵਿਲ ਬੀ ਓਕੇ ਫॉर ਦ ਰਿਨਿਊਅਲ ਤੇ ਵੀ ਦੇ ਵਿਲ ਬੀ ਓਕੇ, ਬਿਕੋਜ਼ 6% ਤੇ ਵੀ ਆਪਾਂ ਵੇਰੀਏਬਲ ਦੇਖਿਆ ਉਹਨਾਂ ਦੇ ਗਏ, ਹੁਣ ਤਾਂ ਦੇਵ ਕਮ ਡਾਊਨ ਟੂ 4.5 ਤਾਂ ਵੀ ਦੇਵ ਕਮ ਡਾਊਨ। ਸੋ ਉਹਨਾਂ ਦਾ ਸਬਰ ਹੋ ਚੁੱਕਾ ਆ ਜੀ। ਬਟ ਕਿੰਨਾ ਕੋਲ ਫਿਕਸਡ ਰੇਟ ਸੀਗੇ and ਉਹਨਾਂ ਦੇ renewals are coming up, they have to be very careful because ਉਹਨਾਂ ਦੇ ਉਦੋਂ rates 2% ਤੇ ਸੀਗੇ, ਤੇ ਉਦੋਂ ਵੇਰੀਏਬਲ 1 ਤੇ ਸੀ ਤੇ ਫਿਕਸਡ 2% ਤੇ ਸੀ, ਉਹ ਵੀ ਜ਼ਿਆਦਾ ਲੱਗਦਾ ਸੀ। ਅੱਜ ਦੇ ਰੇਟ ਕੀ ਆ? ਐਟਲੀਸਟ being very conservative between 3.5-4% ਦਾ ਰੇਟ ਹੈਗੇ ਆ ਨਾ ਫਿਕਸ। ਹਾਂਜੀ ਜੀ, ਜੋ ਆਪਾਂ 3 year fix ਦੀ ਵੀ ਗੱਲ ਕਰੀਏ ਅੱਜ ਦੇ ਹਿਸਾਬ ਨਾਲ they are at between 3.5 and 4%. So what can ਉਦੋਂ ਦੇ clients ਕੀ expect ਕਰਨਗੇ? They will expect ਕਿ your payment will go up. ਹਾਂ, ਕੋਈ ਕਹੇਗਾ ਕੋਈ ਨਾ ਭੈਣ ਜੀ ਸਾਡੀ ਰਿਨਿਊਅਲ ਮਾਰਚ 'ਚ ਆ, ਜੁਲਾਈ 'ਚ ਆ, that's okay. ਪਲੈਨਿੰਗ ਹੁਣ ਸ਼ੁਰੂ ਕਰੋ ਕਿ ਜੋ ਸਾਡੀ ਰਿਨਿਊਅਲ 3 ਮਹੀਨਿਆਂ 'ਚ ਜਾਂ 5 ਮਹੀਨਿਆਂ 'ਚ ਆਉਂਦੀ ਆ ਜੀ, ਸਾਡੀ ਪੇਮੈਂਟ ਕਿੰਨੀ ਵਧੂਗੀ, ਅਸੀਂ ਕੀ ਕਰ ਸਕਦੇ ਹਾਂ ਜੀ, to account for those extra cost. ਹਾਂ, ਕਈਆਂ ਦੀ ਇਨਕਮ ਇਜ਼ ਸਟੈਡੀ, ਉਹਨਾਂ ਕੋਲ ਬਫਰ ਆ, they don't have anything to worry about. But ਕਈਆਂ ਦੇ ਉਹਨਾਂ ਨੇ they've exhausted everything, they're just meeting their ends. They need to start thinking ਕਿ ਅਸੀਂ ਕੀ ਕਰ ਸਕਦੇ ਹਾਂ to elevate ਕਿ ਸਾਡੀ increased payment ਹੋਊਗੀ, ਉਹਦਾ ਅਸੀਂ ਕੀ ਕਰ ਸਕਦੇ ਹਾਂ। ਹੁਣ ਦੇਖੋ ਤੁਸੀਂ ਪੁੱਛੋਗੇ ਕਿ 1% ਦੇ increase ਤੇ ਕਿੰਨਾ ਫਰਕ ਪੈ ਸਕਦਾ? ਜੀ, On 1% increase, ਜੋ ਆਪਾਂ 4 ਲੱਖ ਦੀ mortgage ਲਈਏ for example, based on amortization, between 300 to 500 payment, $500 a month would increase ਹੋ ਸਕਦੀ ਹੈ। 1% ਤੇ 1% ਤੇ over 400,000 ਦੀ mortgage ਤੇ। ਓਕੇ, between 300 and 500. ਐਂਡ ਇਹੀ ਜੇ ਫਿਰ ਘਰ ਲੈਟਸ ਸੇ ਮਿਲੀਅਨ ਦੇ ਲੱਗੇ ਹੈ, we can imagine around $1,000 ਦਾ ਰੇਜ਼ ਹੋ ਸਕਦਾ ਸਿਰਫ 1% ਚੇਂਜ ਨਾਲ। ਕਰੇ 1% ਚੇਂਜ ਤੇ। ਐਂਡ ਜੇ 1% ਤੋਂ ਜ਼ਿਆਦਾ ਚੇਂਜ ਆਉਂਦਾ ਕਈਆਂ ਦਾ ਉਹ ਵੀ ਆਏਗਾ, ਉਨੀ ਹੀ ਜ਼ਿਆਦਾ ਫਿਰ ਚੇਂਜ ਵੀ ਆਏਗਾ। ਫਿਰ ਕੋਈ ਕਲਾਇੰਟ ਕਹਿਣਗੇ ਕਿ ਅੰਮ੍ਰਿਤਾ ਇਜ਼ ਇਟ ਅ ਗੁੱਡ ਟਾਈਮ ਟੂ ਰੀਫਾਈਨੈਂਸ? ਤੁਸੀਂ ਕਹੋਗੇ ਬਟ ਰੀਫਾਈਨੈਂਸ ਨਾਲ ਪੇਮੈਂਟ ਦਾ ਕੀ ਫਰਕ ਪਊਗਾ? ਦੇਖੋ ਦੈਟਸ ਵੈਰੀ ਇੰਪੋਰਟੈਂਟ ਕਿ ਵੀ ਅਕਨੋਲੇਜ ਦਿਸ। ਉਹਦਾ ਆ ਫਰਕ ਪੈਂਦਾ, ਲੈਟਸ ਸੇ ਤੁਸੀਂ ਘਰ 2021 'ਚ ਜੀ ਮੌਰਗੇਜ ਕਰਾਈ ਸੀ,
ਹੂੰ 5 ਸਾਲ ਹੋ ਗਏ 2026 ਆ ਗਿਆ ਹੂੰ from 30 years ਤੁਹਾਡੀ amortization 25 ਸਾਲ ਤੇ ਆ ਗਈ ਜੀ ਕਿੱਦਾਂ ਸਾਲ ਕੱਟਦੇ ਆ that means your payment will also like Decrease. let's say ਕਿ ਉਹੀ mortgage ਹੁਣ ਚੱਲੀ ਜਾਂਦੀ ਆ ਜੀ rate increase ਹੋ ਗਿਆ ਹੁਣ amortization 25 ਸਾਲ ਰਹਿ ਗਏ payment will be 5 ਸਾਲ accordingly ਤੁਹਾਡੀ amortization ਹਾਂ, ਕੱਟ ਕੱਟ ਗਈ ਜੀ ਗਈ। ਹੂੰ but if you refinance back to 30 years ਹੂੰ ਤੁਹਾਡੀ payment ਕੱਟ ਜੂਗੀ ਤੁਹਾਨੂੰ ਅੰਨਾ ਉਹਦਾ impact ਨਹੀਂ ਲੱਗੂਗਾ ਹੂੰ but I will say don't run for a refinance ਦੇਖੋ ਜੋ ਆਪਾਂ mortgage ਕਰਾਣੇ whether you're purchasing a new property or ਤੁਸੀਂ refinance ਕਰ ਰਹੇ 3-4 ਚੀਜ਼ਾਂ ਜ਼ਰੂਰ ਮਾਈਂਡ 'ਚ ਰੱਖੋ ਹੂੰ is your credit score affected how good is your credit score number 1 ਹੂੰ ਤੁਹਾਡੀ income ਕੀ ਆ number ਜੀ। 2 number 3 ਜੋ of course ਤੁਸੀਂ you're buying a home the down payment ਕੇ but we're talking about refinance ਦੇਖੋ ਤੁਹਾਡੇ ਘਰ 'ਚ equity ਹੈਗੀ ਆ because prices have dropped ਬਿਕਾਜ਼ You ਉਹ ਸਭ ਤੋਂ made- ਵੱਡੀ ਪ੍ਰੋਬਲਮ ਹੈ ਸਭ ਤੋਂ ਵੱਡੀ 21 ਪ੍ਰੋਬਲਮ 22 ਅੱਜ ਚਲੇ ਹੋਏ ਆਹ ਆ ਆ ਕਲਾਇੰਟਸ ਕੋਲ ਪੈਸੇ ਆ ਇਨਕਮ ਹੈਗੀ ਆ ਦੇ ਕੁਆਲੀਫਾਈ ਟੂ ਗੈਟ ਅ ਮਾਰਗੇਜ ਬਟ ਘਰ ਦੀ equity ਨਹੀਂ ਹੈਗੀ ਹੂੰ so refinances may not be an option for you ਹੂੰ ਜੀ this is very very important because ਅੱਜ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਆਹ ਆ ਕਿ ਘਰ 'ਚ there is not enough equity to do a refinance ਐਂਡ ਜਿਨ੍ਹਾਂ ਦੀ ਏਜ ਜ਼ਿਆਦਾ ਹੈ ਹਾਂਜੀ ਉਹਨਾਂ ਨੂੰ ਵੀ ਫਿਰ ਰੀਫਾਈਨੈਂਸ 'ਚ ਪ੍ਰੋਬਲਮ ਆਏਗੀ ਕਿਉਂਕਿ ਫਿਰ ਐਮੋਰਟਾਈਜੇਸ਼ਨ ਹੋਰ ਇੰਕਰੀਜ਼ ਹੋਏਗੀ ਨਹੀਂ ਦੇਖੋ ਨਹੀਂ, they ਉਹਦੇ 'ਚ ਕੋਈ banks problem ਨਹੀਂ cannot discriminate by age as long as you have income that's fine if you have income but ਤੁਹਾਡੇ if ਕੋਲ someone's equity near their retirement or something like that should they opt for it they I mean they shouldn't but ਜੋ ਉਹਨਾਂ ਨੂੰ ਤੰਗੀ ਆ ਹੁਣ cash flow ਦੀ problem ਆ isn't it better ਕਿ ਉਹ refinance Yeah, ਕਰ ਲੈਣ true because cash flow is important ਦੇਖੋ if anything ਆਪਾਂ ਕੁਝ ਸਿੱਖਿਆ ਤਾਂ your own sanity and health is important ਤੁਸੀਂ ਅੰਨੇ ਤੰਗ ਆ ਤੁਹਾਡੇ ਕ੍ਰੈਡਿਟ ਕਾਰਡ $1,00,000 ਤੇ ਪਹੁੰਚੇ ਹੋਏ ਆ ਇਟਸ ਬੈਟਰ ਰੀਫਾਈਨੈਂਸ ਕਰ ਲਓ ਉਹ ਸਾਰਾ ਕੰਸੋਲੀਡੇਟ ਕਰ ਲਓ ਇੱਕ ਪੇਮੈਂਟ ਕਰ ਲਓ ਐਟ ਲੀਸਟ ਯੂ ਹੈਵ ਪੀਸ ਆਫ ਮਾਈਂਡ as long as you qualify ਇੱਕ ਹੋਰ ਚੀਜ਼ that is very important that we're seeing a lot today ਜੀ ਇਨਕਮ ਵੀ ਹੈਗੀ ਆ equity ਵੀ ਹੈਗੀ ਆ ਤੇ ਹੁਣ renewals ਆ ਰਿਹਾ ਆ majority like we said next year or summer October next year November next year ਜੀ rates have come down ਤੁਸੀਂ ਅੰਨਾ ਕਰਜ਼ਾ ਚੁੱਕ ਲਿਆ on yourself for whatever reason to sustain yourself ਦੇਖੋ we've all gone through hardships ਜੀ it's not a bad idea if you have to break your mortgage even today it's not a bad idea ਤੁਸੀਂ consolidate ਕਰ ਜੋ ਤੁਹਾਨੂੰ penalty ਵੀ ਦੇਣੀ ਪੈਂਦੀ ਆ ਅੱਜ ਕੱਲ੍ਹ credit cards minimum average rate is 15% 16% 12% ਜੀ it's still much more than what you're paying on your mortgage yeah if you're so much stuck in there's your so finances, much ਜੀ। stuck don't consider doing it because ਤੁਹਾਡਾ credit affect ਹੋ ਰਿਹਾ ਆ ਤੁਸੀਂ ਕਹਿੰਦੇ ਚਲੋ ਸੇ 4 5 6 7 ਮਹੀਨੇ ਕੱਢ ਲੈਂਦੇ ਆ ਫਿਰ ਤਾਂ ਤੁਹਾਨੂੰ ਉਹ ਵੀ ਆਪਸ਼ਨ ਨਹੀਂ ਰਹਿਣੀ ਰੀਫਾਈਨੈਂਸਿੰਗ ਬੈਂਕ ਨੇ ਕਹਿਣਾ your credit is ਤੁਸੀਂ ਮਿਸ ਕੀਤੀ ਆ ਪੇਮੈਂਟਸ I cannot help you ਫਿਰ ਤੁਸੀਂ ਕੀ ਕਰੋਗੇ yeah ਤੇ ਜੋ ਆਪਾਂ ਇੱਕ ਹੋਰ ਗੱਲ ਕਰੀਏ ਰੀਫਾਈਨੈਂਸ ਦੀ ਜੀ which is very important a lot of clients call ਕਿ ਅਮ੍ਰਿਤਾ ਸਾਡੀ ਰੀਫਾਈਨੈਂਸ ਨੈਕਸਟ ਈਅਰ ਆ ਰਹੀ ਆ ਅਸੀਂ ਕੀ ਕਰੀਏ look there's nothing ਕਿ ਤੁਸੀਂ ਅੱਜ ਕੁਝ ਕਰ ਸਕਦੇ ਹੋ ਤੁਹਾਡੀ renewal ਜੂਨ 'ਚ ਆ you can only start working on it 3 to 4 months before that there's nothing we can do right now unless ਤੁਹਾਡੀ ਕੱਲ੍ਹ ਨੂੰ March 'ਚ ਜਾਂ February 'ਚ then sure take action today ਹਾਂ ਪਲੈਨਿੰਗ ਜ਼ਰੂਰ ਕਰੋ ਜੋ ਸਾਡੀ ਪੇਮੈਂਟ ਇੰਕਰੀਜ਼ ਹੁੰਦੀ ਹੈ ਕੈਨ ਵੀ ਅਫੋਰਡ ਇਟ ਉਹ ਜ਼ਰੂਰ ਕਰੋ ਬਟ ਬਿਯੋਂਡ ਦੈਟ ਕਿ question is ਕਿਸੇ ਵੇਰੀਏਬਲ ਲਈਏ ਫਿਕਸ ਲਈਏ that is a very big question ਕਿਉਂਕਿ ਹੁਣ ਇਸ ਟਾਈਮ ਇੰਟਰਸਟ ਰੇਟ ਘਟੇ ਹੋਏ ਆ correct ਥੋੜਾ ਵਾਪਸ ਲੋ ਤੇ ਆ ਗਿਆ ਹੋਇਆ ਲੇਕਿਨ ਫਿਰ ਵੀ ਜਦੋਂ ਜੋ ਵੀ 21-22 ਵਾਲਾ ਜਿਹਨੇ ਮਾਰਗੇਜ ਲਈ ਹੈ ਉਹਦੇ ਲਈ ਤਾਂ ਉਹ ਵੀ ਜ਼ਿਆਦਾ ਹੈ ਹਾਂਜੀ ਬਟ ਫਿਰ ਉਹ ਹੁਣ ਕੀ ਕਰੇ ਹੁਣ ਫਿਕਸ ਕਰਾ ਲਏ ਜਾਂ ਵੇਰੀਏਬਲ ਕਰਾਏ ਬਿਕਾਜ਼ ਅਗੇਨ ਜੇ ਫਿਕਸ ਕਰਾ ਕੇ ਫਿਰ ਨਾ ਫਸ ਜਾਈਏ ਹਾਂਜੀ ਇਹ ਵੇਰੀਏਬਲ ਕਰਾ ਕੇ ਜ਼ਿਆਦਾ ਨਾ ਲੱਗੇ this is the most important question ਅੱਜ Kera it's the most asked question yeah okay ਮੇਰੀ personal opinion 'ਚ I think variable rate is the right option okay ਕਿਉਂ because we are expecting more drops ਮੈਂ ਤੁਹਾਨੂੰ ਨਹੀਂ ਕਹਿੰਦੀ ਕਿ next month drop ਹੋਗਾ ਜਾਂ January 'ਚ ਜ਼ਰੂਰ nobody can tell you with certainty ਕਿ we are going to have a drop but we are expected to have more drops because our economy is really facing like a sticky recession ਜੀ ਹੈਗੀ ਅੱਜ ਭਾਵੇਂ ਅਸੀਂ ਕਹੀਏ ਨਾ ਕਹੀਏ how else will we recover
they have to drop rates. They will not aggressively drop rates. Every announcement they will drop rates, but they have to drop rates. Pama slowly karan, but they have to do it. Variable rate, like at least you know you have that, ke thoda rate will go down. जी But who should take a variable rate? Thode call aaj risk tolerance hai gaya. You have the appetite ke jo for any reason kalu koi kite war shuru hundi hai. For any reason ke you may jo rate increase bhi hunda hai, you can afford it. You have a steady income. Thode call buffer hai, thode call savings hai. जी You're not just ke You're hand just to mouth. not just making your ends meet. ends meet. जी Absolutely. But on the flip side, जो तुसी variable लेने भी है and जो market च हो रहा, you hear that rates may go up, you can always convert your variable rate to a fixed rate without a penalty. yeah because if you get a fix for a longer term फिर होता फिर फंस गए But let's say तुस कहने अमृता नहीं, we prefer a fixed rate, then I will say take a short-term fix of a 3-year fixed. okay तुस कहोगे why not a 1 or 2 year then? Because your 1 or 2 year fixed rates are much higher, it doesn't make sense. So say bachande you're going to be paying a lot more. फिर तो तुसी variable ही ले लो. so 3 year ਦੇ ਵਿੱਚ Is a ਤੁਹਾਨੂੰ ਜ਼ਿਆਦਾ leverage ਮਿਲ midpoint- ਜਾਂਦੀ ਹੈ ज़्यादा leverage मिल जाती है. Today, a lot of lenders 3 year to 5 year fixed rate कोई difference नहीं है. okay So why would you take a 5 year? hmm Take a 3 year rate. hmm That will make more sense for you. Another thing that's very important is aj. जी Variable, the fixed rate, 3 year fixed rate, that difference is very negligible. बहुत घाटा 6-7-8 महीने पहला the difference was almost 1%. कई time there was more than 1% difference सीखा. 3 and 5 ਦਾ 3 year fixed, the 5 year variable da. And that is why a lot of people took fixed rates, because at that time असां भी नहीं पता कि Bank of Canada rate कटानगे कि नहीं कटानगे. We didn't know where we were headed. जी But today, the difference between a 3 year fixed and variable is very small. So you have to understand कि थोड़ी key appetite है. Should I take a variable? Should I take a fixed? Or why you should take a variable, or why you should take a fixed rate. ਅੰਮ੍ਰਿਤਾ ਜੀ ਅਸੀਂ ਮਾਰਗੇजेस ਦੀ ਗੱਲ ਕਰ ਰਹੇ ਹਾਂ ਇੱਥੇ ਸਵਾਲ ਬਹੁਤ ਜ਼ਿਆਦਾ ਆਏ ਹੋਏ ਸਾਰੇ ਦੇ ਵੈਸੇ ਪਰਸਨਲ ਕੁਐਸਚਨਸ ਹੈ ਹਾਂਜੀ. ਬਟ ਆਈ ਥਿੰਕ ਇਹਨਾਂ ਕੁਐਸਚਨਸ ਨੂੰ ਅਸੀਂ ਇੱਕ ਜਨਰਲ ਤਰੀਕੇ ਨਾਲ ਯੂਜ਼ ਕਰਕੇ ਐਗਜ਼ਾਮਪਲ ਵੀ ਯੂਜ਼ ਕਰ ਸਕਦੇ ਹਾਂ ਜਿੱਦਾਂ ਔਲ ਖੋਨਾ ਦਾ ਕੁਐਸਚਨ ਹੈ ਇਹ ਕਹਿ ਰਹੇ ਕਿ 6.19% ਤੇ ਫਿਕਸ ਇਹਨਾਂ ਦੀ ਇਸ ਟਾਈਮ ਚੱਲ ਰਹੀ ਹੈ ਤੇ ਦੇਖੋ ਐਂਡਿੰਗ ਨੈਕਸਟ ਈਅਰ ਹੈ ਕੀ next ਕਰਨਾ year. ਚਾਹੀਦਾ Okay. Very good question. Actually, just before I came in, I had another client, same situation this ਜੀ again. Do you know the renewal next year? First thing is at 6.19, more than 2% dropper ਜੀ to compare to today's rate. so should they even wait for a year In my personal opinion, no. And I'll tell you why. First cheese we have to understand कि client ਨੂੰ ਆਪਦੇ existing lender ਨੂੰ phone ਕਰਕੇ ਪੁੱਛਣ if I break my mortgage today, ਜੀ ਮੇਰੀ estimated penalty ਕਿੰਨੀ ਹੋਗੀ. Okay? I don't know the loan amount. Let's assume another penalty $7,000 ਆ. Work with a professional like us. ਜੀ I should be able to work out can Paji save $7,000 if he breaks his mortgage today, between today and his renewal date. So Or the year $7,000 can बचा सकते हैं. And I can assure you, if the change is 2%, 100% he will save money by breaking the mortgage today, even if he pays the penalty. yeah But general to answer this question, the right answer is पहला आप दी penalty समझो. Can you save that penalty? Will you make up that difference? but ਜੇ ਇੰਨਾ ਡਿਫਰੈਂਸ ਹੈ then I people can should assure actually you look into it 100%. To almost another is almost 2.5% drop another. ਬਿਲਕੁਲ ਮਨੋਜ ਜੀ ਦਾ ਕੁਐਸਚਨ ਕਹਿੰਦੇ ਜੀ if my renewal is in August 26 when should I start looking for a mortgage Yes. So this is very good to देखो generic answer is 3 months before you can, or 4 months. Some banks 90 days, koi 120 days you can do it before. Okay? But before you shop around, understand what your existing lender is giving you. Why do I say this, Kongi? But that's you losing business. Absolutely, but it's the right thing for the client. yeah क्यों ਅੱਜ ਤੁਹਾਡਾ ਲੈਂਡਰ ਤੁਹਾਨੂੰ ਦੇ ਰਿਹਾ ਆ ਤੁਸੀਂ ਕਹਿੰਦੇ ਆ ਅੰਮ੍ਰਿਤਾ ਤੁਸੀਂ ਮੈਨੂੰ ਕੀ ਬੈਸਟ ਰੇਟ ਦੇ ਸਕਦੇ ਆ
ਬਟ ਜੀ ਪਹਿਲਾਂ ਤਾਂ ਸਮਝੋ ਤੁਹਾਡਾ ਬੈਂਕ ਤੁਹਾਨੂੰ ਕੀ ਦੇ ਰਿਹਾ. ਵਾਈ ਡੂ ਯੂ ਵਾਂਟ ਟੂ ਸ਼ੌਪ ਅਰਾਊਂਡ if your own bank is giving you a competitive rate? You will save on discharge fee, you will save on lawyer fee. ਚਲੋ $1,500-$2,000 ਤਾਂ ਵੀ ਤੁਸੀਂ ਬਚਾਉਂਦੇ ਆ. ਜੀ Does it make sense? If tomorrow your current bank is not competitive, absolutely then you should move. But ਪਹਿਲਾਂ ਆ ਸਮਝੋ. Another thing that is very important, ਆਹ ਕੇਸ 'ਚ ਤੁਸੀਂ ਕਹਿੰਦੇ ਅਮ੍ਰਿਤਾ ਮੇਰਾ ਬੈਂਕ ਮੈਨੂੰ 4.2 ਦੇ ਰਿਹਾ, ਬਟ ਆਈ ਨੋ ਦੂਸਰਾ ਬੈਂਕ 4% ਦੇ ਰਿਹਾ ਆ. ਜੀ ਡੂ ਯੂ ਕੁਆਲੀਫਾਈ? ਇਹ ਬਹੁਤ ਜ਼ਰੂਰੀ ਹੈ. ਸੈਕੰਡਲੀ, ਲੈਟਸ ਸੇ ਤੁਹਾਡੀ ਪ੍ਰਾਪਰਟੀ ਪ੍ਰਾਈਸ ਹੈਜ਼ ਡ੍ਰੌਪਡ ਤੇ ਨੈਕਸਟ ਬੈਂਕ ਨੇ ਤੁਹਾਨੂੰ ਪੁੱਛ ਲਿਆ ਕਿ ਅਪਰੇਜ਼ਲ ਦਿਓ, ਤੁਹਾਡੇ ਕੋਲ ਨਾ ਹੋਈ ਇਨਫ ਐਕੁਇਟੀ, ਭਾਵੇਂ ਤੁਸੀਂ ਪੇਇੰਗ 0.5% ਹਾਇਰ, renew and stay with your existing land. These are important things. Rate is very important, but not the only important thing ਆਪਾਂ ਨੂੰ ਸਮਝਣਾ ਚਾਹੀਦਾ ਹੈ. ਜੀ ਤੁਸੀਂ ਦੂਜੀਆਂ ਚੀਜ਼ਾਂ ਵੀ ਦੇਖੋ ਉਹਦੇ ਵਿੱਚ. ਤੁਸੀਂ ਕੁਆਲੀਫਾਈ ਕਰਦੇ ਹੋ, ਕੱਲ੍ਹ ਨੂੰ ਤੁਸੀਂ ਮੂਵ ਕਰ ਲੈਂਦੇ ਨੈਕਸਟ ਬੈਂਕ 'ਤੇ, ਜੀ ਪਰ ਤੁਹਾਡੇ ਘਰ 'ਚ ਜੋ ਐਕੁਇਟੀ ਨਹੀਂ ਹੈਗੀ, ਜਾਂ ਕੱਲ੍ਹ ਨੂੰ ਲੈਟਸ ਸੇ ਤੁਸੀਂ ਘਰ 8 ਲੱਖ ਦਾ ਲਿੱਤਾ ਸੀ, ਜੀ ਓਕੇ, ਤੁਸੀਂ 20 ਡਾਊਨ ਕੀਤਾ, ਅੱਜ ਤੁਹਾਡੀ ਮਾਰਗੇਜ 640, ਲੈਟਸ ਸੇ 5 ਸਾਲ ਹੋ ਗਏ, ਤਾਂ you approximately you owe 610. Okay? ਜੀ ਉਹ ਕਾਰ ਅੱਜ ਦੀ ਵੈਲਿਊ 7 ਲੱਖ ਆ. ਠੀਕ ਹੈ. Banks give you 80% of the value of your home. So it's less. So 80% 7 ਲੱਖ ਦਾ 560 ਹੋ ਗਿਆ. ਜੀ. But you owe 610. So that difference. Will you be able to pay that difference of 50,000? Yeah. So renewal is a very, especially between the next 1 year, renewals are very important. Not only interest rates, but look at other factors as well. Yeah. Very important. ਨਿਵਾਂਸ਼ ਪੁੱਛ ਰਹੇ ਕਿ ਇਦਾਂ ਵੀ ਹੋ ਰਿਹਾ ਹੈ ਕਿ ਬੈਂਕਸ ਆਰ ਨਾਟ ਵੈਲਿਊਇੰਗ ਹਾਊਸਿਸ ਅਕੋਰਡਿੰਗ ਟੂ ਦ ਮਾਰਕੀਟ ਰੇਟ, ਕਿ ਜਿੰਨੀ ਮਾਰਕੀਟ ਉਹਨਾਂ ਨੇ ਵੈਲਿਊ ਲਗਾਈ ਹੋਈ ਹੈ ਪਰ ਬੈਂਕ ਦੀ ਵੈਲਿਊ ਅਲੱਗ ਹੈ. ਇਹ ਵੀ ਚੀਜ਼ ਹੋ ਸਕਦੀ ਹੈ. And if you feel that way, ਕਿ let's say ਅੱਜ ਤੁਸੀਂ ਕਹਿੰਦੇ ਮੇਰੇ ਘਰ ਦੀ ਵੈਲਿਊ 7 ਲੱਖ ਆ, ਜੀ but bank ਕਹਿ ਰਹੇ 650 ਆ, get an appraisal done. If you feel the bank's system, because they have the automated property valuation systems, ਜੀ you can request for a full appraisal. ਚਲੋ ਭਾਵੇਂ ਤੁਹਾਡਾ ਖਰਚਾ $300 ਹੁੰਦਾ ਜਾਂ 400, it's okay, it's still worth it. ਜੋ 50 ਇੰਨਾ ਜ਼ਿਆਦਾ ਹੈ. Request for a full appraisal. But I'll tell you, it's rare ਜੀ ਕਿ we are seeing those situations. ਇਹ ਕਹਿ ਰਹੇ ਕਿ 10108 ਕਿ if the renewal is at the end of Feb, how long before lender can hold rate? 90 days or They can 120? absolutely hold your rate from today. You're in the 90-day, almost in the 90-day frame. Absolutely. do that. हाँ, ਤੁਸੀਂ hold ਕਰਕੇ rate, if it goes up, you've secured yourself a rate. But if it goes down, you can still get the lower rate. ਹਾਂਜੀ, absolutely you can. ਅਮ੍ਰਿਤਾ ਜੀ, US ਦੇ ਵਿੱਚ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਡੋਨਲਡ ਟਰੰਪ ਇਜ਼ ਟ੍ਰਾਈਂਗ ਟੂ ਇੰਕਰੀਜ਼ ਦੀ ਐਮਰਟਾਈਜ਼ੇਸ਼ਨ ਪੀਰੀਅਡ, ਕਿ ਤੁਸੀਂ 50 ਸਾਲ 60 ਸਾਲ ਦਾ ਐਮਰਟਾਈਜ਼ੇਸ਼ਨ ਕਰ ਲਓ ਤੇ ਲੋਨ ਤੁਹਾਡਾ ਛੋਟਾ ਹੋ ਜਾਏਗਾ, ਕਿਸ਼ਤਾਂ ਤੁਹਾਡੀ ਘਟ ਜਾਣਗੀਆਂ. Can something like that actually work in Canada also? I don't think so. It has never happened. It will. I don't see it happening. But ਕਿਉਂਕਿ ਇਕਨੋਮੀ ਇੰਨੀ ਖਰਾਬ ਹੈ, ਉਹਦੇ ਦੇਖਦੇ No, but what I've seen in USA, more than amortization, ਕਿਹੜੀ term ਆ, ਕਿਦਾਂ ਆਪਾਂ ਕਹਿੰਦੇ 3-year fixed, 5-year variable. ਤੇ ਫੁੱਲ ਹੈ. ਉੱਥੇ you can take a 10-year term, 20-year term, meaning let's say ਅੱਜ ਤੁਹਾਡਾ rate 3.5% ਆ. You can have that rate for 15 years, 10 years. ਹਾਂ, ਮੈਂ ਪੂਰਾ ਲੋਨ ਉਸੇ ਤੇ ਪੇ ਆਫ ਕਰ ਸਕਦਾ ਮੈਂ. On those ਨਹੀਂ, rate ਤੁਹਾਡਾ 10 ਸਾਲ ਵਾਸਤੇ change ਨਹੀਂ ਹੋਊਗਾ. ਉਹੀ ਨਾ, ਮੈਂ ਉਸੇ ਰੇਟ ਤੇ ਮਤਲਬ ਮੈਂ ਉਹਨਾਂ ਲੰਬੇ ਦੇਰ ਤੋਂ ਪੇ ਕਰ ਸਕਦਾ. Amortization still is 30 years. That would be good for some, in some cases, if that, I mean, I don't think amortization ਵਧੂਗੀ. It's easy to take higher amortization ਕਿ payment ਕੱਟ ਜਾਵੇ, but that means ਤੁਸੀਂ ਆਪਦਾ ਕਰਜ਼ਾ ਪੂਰਾ ਕਿੱਦੋਂ ਕਰਨਾ, ਸਾਰੀ ਲਾਈਫ ਕਰਜ਼ਾ ਹੀ ਪੇ ਕਰਨਾ. It's very easy to take 50-year amortization. ਜਾਂ ਤੁਸੀਂ ਫਿਰ interest only mortgages are, which private lenders give. ਜੀ A lenders, B lenders don't give interest only. Only private give interest only. Interest only means you're not paying anything towards the loan. Okay. 5 ਲੱਖ ਦਾ mortgage ਲਿੱਤਾ, ਤੁਸੀਂ at 10% interest rate ਲਿੱਤਾ ਆ. ਜੀ Assuming ਤੁਹਾਡੀ payment approximately $4,500 a month ਆ, ਜੀ that $4,500 is only Interest only. interest. ਸਾਲ ਬਾਅਦ you still owe 5 ਲੱਖ.
ਪ੍ਰਿੰਸੀਪਲ 'ਚ ਕੋਈ ਚੇਂਜ ਹੀ ਨਹੀਂ ਕਰ change ਸਕਦੇ ਨਹੀਂ So those interest only are not available for A banks, B banks. Those are only available for private lenders. ਇੱਕ ਹੋਰ ਬਹੁਤ ਜ਼ਿਆਦਾ ਕਾਮਨਲੀ ਯੂਜ਼ ਅੱਜਕੱਲ ਟਰਮ ਆ ਰਹੀ ਹੈ that is hybrid mortgages, blended mortgages. ਇਹ ਕੀ ਹੁੰਦੀ ਹੈ ਐਗਜ਼ੈਕਟਲੀ? ਦੇਖੋ blended mortgages can be like some banks offer ਕਿ ਤੁਸੀਂ let's say ਤੁਹਾਡੀ 5 ਲੱਖ ਦੀ mortgage ਆ ਜੀ ਕਿ ਤੁਸੀਂ 250,000 fixed rate ਤੇ ਲੈ ਲਓ the remainder 250 variable te la lo. That's a blended. When you have more than one product under a mortgage, those are blended. Now, in other cases, let's say aaj thoda fixed rate hai or tusi variable rate te and you want to break it. The bank can say, okay, if you don't pay the penalty, but you have to work with your existing lender and they can give you a blended rate, which is a rate in between the two of your existing and today's rate. All right. Ravinder ji ਕਹਿੰਦੇ why do we need 5 years to renew mortgage but in US only one time in beginning? ਇੱਦਾਂ ਕਿਉਂ ਇੰਨਾ ਡਿਫਰੈਂਸ ਹੈ ਕਿ ਜ਼ਿਆਦਾ ਪੈਸੇ ਬਣਾਉਂਦੇ? That is government regulation. ਜੀ There are government regulations are ਕਿ ਇੱਥੇ generally there are some lenders that give 10 years but the rate is not competitive. ਫਿਰ ਤੁਹਾਨੂੰ ਹੁੰਦਾ ਜੋ let's say rate changes, it goes down, you're locked for 10 years. ਹੁਣ if you want to break it, ਤੁਸੀਂ ਸੋਚੋ ਤੁਹਾਡੀ ਪੈਨਲਟੀ ਕਿੰਨੀ ਹੋਗੀ ਤੁਸੀਂ 2 ਸਾਲ ਬਾਅਦ ਤੋੜਦੇ ਹੋ ਕਹਿੰਦੇ ਜਦੋਂ 8 ਸਾਲ ਪਏ ਆ remember how banks calculate penalties they look at the interest rate differential meaning when you break it what is your outstanding loan ਕਿੰਨੇ ਸਾਲ ਰਹਿ ਗਏ to your renewal ਹੁਣ in this case ਤੁਸੀਂ 10 ਸਾਲ ਦੀ mortgage let's assume ਕਿ they gave you a 10-year term you break it after 2 8 ਸਾਲ ਰਹਿ ਗਏ ਜੀ what was the rate when you took the mortgage versus the rate when you break the mortgage? ਤੁਸੀਂ ਸੋਚੋ ਤੁਹਾਡੀ penalty. I think 5 years is still a very reasonable term. ਜੀ. Of course, if our rates were at 2%, at 2-3%, then you can lock it as long as you know मैं आही कार च रहना, I'm not going to be refinancing. Then absolutely. But we don't. Those options are not available to us. But right now, most commonly used as 3 or 5. Both. Pehla before COVID, tab si kadi 3 saal kadi sunya bhi nahi si. It was always available, but we never took it. You either took a 5-year variable or a 5-year fixed. Because hon inni fluctuation of the any fluctuation, the most common is a 3-year fixed or a 5-year variable. Hun to usko but why is 5-year variable? Because variable rate mortgage adaya it changes with the Bank of Canada's rate. Okay, if you break your mortgage and the penalty is only 3 months of interest, ਭਾਵੇਂ ਤੁਸੀਂ ਅੱਜ ਤੋੜੋ 2 ਸਾਲ ਬਾਅਦ ਤੋੜੋ or 6 months, the penalty will always be 3 months of interest. It doesn't change. As opposed to fixed rate, it's based on the interest rate differential. Yeah. ਹੁਣ ਤਾਂ ਜੀ ਬਹੁਤ ਸਾਰੇ ਕੁਐਸਚਨਸ ਨੇ ਜ਼ਿਆਦਾਤਰ ਇਹੀ ਨੇ ਜਿਨ੍ਹਾਂ ਦੇ ਰਿਨਿਊਅਲਸ ਆ ਰਹੀਆਂ ਜੇ ਤੁਸੀਂ ਇੱਕ ਰੂਲ ਆਫ ਥੰਬ ਲੋਕਾਂ ਨੂੰ ਦੇ ਜੋ how to prepare themselves for the coming renewals ਜਿਹਦਾ ਵੀ ਚਾਹੇ 2 ਮਹੀਨੇ 'ਚ ਆ ਰਹੀ ਚਾਹੇ ਸਾਲ ਬਾਅਦ ਆ ਰਹੀ ਹੈ ਕਿਸ ਤਰੀਕੇ ਨਾਲ ਉਹ ਆਪਣੇ ਫਾਈਨੈਂਸਿਸ ਪ੍ਰਿਪੇਅਰ ਕਰਕੇ ਰੱਖਣ ਹਾਂਜੀ ਮੇਰੀ ਇੱਕੋ ਹੀ ਐਡਵਾਈਸ ਆ ਕਿ ਪਲੀਜ਼ ਆਪ ਦਾ ਡਿਊ ਡਿਲੀਜੈਂਸ ਕਰੋ ਹੋਮਵਰਕ ਕਰੋ ਸਮਝੋ ਕਿ what would you like to do you need to refinance or do you just need to renew if you just need to renew first negotiate with your own bank before you start shopping around remember there are other factors ਕਿ ਆਪਾਂ ਸਮਝਾਏ ਜਦੋਂ ਆਪਾਂ renew तो उसका लोग कहने मैंने दूसरा बैंक better rate दे रहे हैं but do you qualify ਤੁਹਾਡੇ ਘਰ ਦੀ equity ਹੈ ਕਿ ਅਦਨ ਦੀਆਂ ਚੀਜ਼ਾਂ 'ਚ due diligence ਕਰੋ professional ਨਾਲ ਗੱਲ ਕਰੋ who will guide you specifically to your situation ਬਿਲਕੁਲ ਮਿੱਤਰ ਜੀ ਬਹੁਤ ਬਹੁਤ ਧੰਨਵਾਦ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ ਤੁਸੀਂ ਆਪਣਾ ਕੰਟੈਕਟ ਜ਼ਰੂਰ ਦੇ ਕੇ ਜਾਓ ਬਿਕਾਜ਼ a lot of people are asking for that also ਹਾਂਜੀ thank you so much 647-505-8643. Again, it's 647-505-8643. Thank you so much. Thank you very much.